ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਊਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਜਿਨ ਜਿਉ ਦੀਆ, ਸੋ ਰਿਜ਼ਕ ਅੰਬਰਾਵੈ। ਸਭ ਘਟ ਪੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ਼ ਅੰਧਿਆਰਾ।
ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਹਰ ਰੋਜ਼ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਭਗਤ ਰਵਿਦਾਸ ਸਾਹਿਬ ਜੀ ਸਾਨੂੰ ਇਸ ਸੰਸਾਰ ਦੇ ਅੰਦਰ ਮਨੁੱਖਾ ਦੇਹੀ ਨੂੰ ਸਫਲ ਕਰਨ ਵਾਸਤੇ ਅਤੇ ਇਹ ਸਿਧਾਂਤ ਦ੍ਰਿੜ ਕਰਵਾਉਣ ਵਾਸਤੇ ਮਨੁੱਖ ਨੂੰ ਯਾਦ ਕਰਵਾਉਂਦਿਆਂ ਹੋਇਆਂ, ਸੁਚੇਤ ਕਰਦਿਆਂ ਹੋਇਆਂ ਉਪਦੇਸ਼ ਦ੍ਰਿੜ ਕਰਵਾਉਂਦੇ ਹਨ ਕਿ ਹੇ ਭਾਈ, ਤੂੰ ਇਸ ਸੰਸਾਰ ਦੇ ਵਿੱਚ ਅੰਧਕਾਰ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਿਸ ਜੱਗ ਨੂੰ ਤੇ ਜਿਸ ਜੀਵਨ ਨੂੰ ਤੂੰ ਸੱਚ ਕਰਕੇ ਜਾਣਿਆ ਏ, ਅਸਲ ਦੇ ਵਿੱਚ ਇਹ ਸੱਚ ਨਹੀਂ ਹੈ। ਕਿਉਂਕਿ ਜਦੋਂ ਵੀ ਅਸੀਂ ਕਿਸੇ ਸ਼ਬਦ ਦੀ ਵਿਆਖਿਆ ਕਰਦੇ ਹਾਂ, ਕਿਸੇ ਸ਼ਬਦ ਨੂੰ ਵਿਚਾਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਿਹੜੀਆਂ ਸ਼ਬਦ ਦੀਆਂ ਰਹਾਉ ਵਾਲੀਆਂ ਅੰਮ੍ਰਿਤ ਰੂਪੀ ਪੰਕਤੀਆਂ ਨੇ, ਉਸ ਦਾ ਭਾਵ ਕਿ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਰਹਾਉ ਦਾ ਭਾਵ ਹੁੰਦਾ ਹੈ ਠਹਿਰਾਓ, ਠਹਿਰਨਾ। ਗੁਰੂ ਸਾਹਿਬ ਜੀ ਨੇ ਸਮੁੱਚੀ ਬਾਣੀ ਦੇ ਅੰਦਰ ਜਦੋਂ ਵੀ ਕਿਸੇ ਸਿਧਾਂਤ ਨੂੰ ਸਪਸ਼ਟ ਕਰਦਿਆਂ ਹੋਇਆਂ ਉਪਦੇਸ਼ ਦ੍ਰਿੜ ਕਰਵਾਇਆ, ਉਸ ਸ਼ਬਦ ਦੇ ਵਿੱਚ ਇੱਕ ਰਹਾਉ ਵਾਲਾ ਬੰਦ ਹੁੰਦਾ ਹੈ। ਕਈਆਂ ਸ਼ਬਦਾਂ ਦੇ ਵਿੱਚ ਦੋ ਰਹਾਉ ਵਾਲੇ ਬੰਦ ਨੇ। ਅਰਮਤਾ ਦੇ ਵਿੱਚ ਰਹਾਉ ਵਾਲੇ ਬੰਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ, ਤੇ ਰਹਾਉ ਦੂਜਾ ਸ਼ਬਦ ਜਦੋਂ ਆਉਂਦਾ ਹੈ, ਦੂਸਰਾ ਰਹਾਉ ਜਦੋਂ ਸ਼ਬਦ ਵਿੱਚ ਆਉਂਦਾ ਹੈ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਦਾ ਜਵਾਬ ਦਿੱਤਾ ਹੈ, ਨਿਚੋੜ ਦ੍ਰਿੜ ਕਰਵਾਇਆ ਹੈ। ਸੋ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਭਗਤ ਰਵਿਦਾਸ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਬੜੇ ਸਿੱਧੇ ਜੇ ਤੇ ਸਪਸ਼ਟ ਜੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਕਿਆ ਤੂੰ ਸੋਇਆ ਜਾਗ ਇਆਨਾ। ਇਆਨਾ ਕਹਿੰਦੇ ਨੇ ਅਣਜਾਣ ਮਨੁੱਖ ਨੂੰ, ਜਿਹਨੂੰ ਸਮਝ ਨਾ ਹੋਵੇ। ਗੁਰਬਾਣੀ ਦੇ ਵਿੱਚ ਵਾਰ-ਵਾਰ ਗੁਰੂ ਸਾਹਿਬ ਜੀ ਨੇ ਇਸ ਮਨ ਨੂੰ ਸੁਚੇਤ ਹੋਣ ਵਾਸਤੇ, ਇਸ ਮਨ ਨੂੰ ਜਾਗਣ ਵਾਸਤੇ ਵਾਰ-ਵਾਰ ਉਪਦੇਸ਼ ਦ੍ਰਿੜ ਕਰਵਾਇਆ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਤੂੰ ਕਿਸ ਗਲਫਤ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਏ, ਤੂੰ ਜਾਗ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਜਦੋਂ ਹੀ ਸ਼ਾਮ ਨੂੰ ਆਪਣੇ ਕੰਮਾਂ ਕਾਰਾਂ ਤੋਂ
ਵੇਲ ਮਿਲਦੀ ਹੈ ਫ੍ਰੀ ਹੋ ਕੇ ਜਦੋਂ ਘਰ ਦੇ ਵਿੱਚ ਆਉਂਦਾ ਹੈ, ਤੇ ਘਰ ਦੇ ਵਿੱਚ ਆਉਣ ਤੋਂ ਬਾਅਦ ਮਨੁੱਖ ਦਾ ਇੱਕੋ ਹੀ ਕੰਮ ਹੈ ਕਿ ਹੁਣ ਮੈਂ ਆਪਣੇ ਇਸ ਸਰੀਰ ਨੂੰ ਆਰਾਮ ਦੇਵਾਂ, ਸੌਂ ਜਾਵਾਂ। ਔਰ ਸੁੱਤਾ ਹੋਇਆ ਮਨੁੱਖ ਅੰਮ੍ਰਿਤ ਵੇਲੇ ਜਾਗਦਾ ਹੈ, ਕੋਈ ਅੰਮ੍ਰਿਤ ਵੇਲੇ ਸੱਜਰੇ ਉੱਠ ਜਾਂਦਾ ਹੈ, ਕੋਈ ਥੋੜਾ ਲੇਟ ਉੱਠਦਾ ਹੈ। ਪਰ ਕੀ ਗੁਰੂ ਸਾਹਿਬ ਜੀ ਇਸ ਜਾਗਣ ਨੂੰ ਹੀ ਅਸਲ ਜਾਗਣਾ ਆਖਦੇ ਨੇ? ਗੁਰਬਾਣੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ, ਸਰੀਰਕ ਤੌਰ ਤੇ ਜਾਗਣਾ ਇੱਕ ਸਰੀਰ ਦੀ ਕਿਰਿਆ ਹੈ। ਮਨੁੱਖ ਨੇ ਸਾਰਾ ਦਿਨ ਕੰਮ ਕੀਤਾ, ਇਸ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ। ਇਸ ਸਰੀਰ ਨੇ ਰੈਸਟ ਵੀ ਕਰਨੀ ਹੈ, ਉਹਦੇ ਵਾਸਤੇ ਇਹਦਾ ਸੌਣਾ ਬਹੁਤ ਜ਼ਰੂਰੀ ਹੈ। ਤੇ ਫਿਰ ਜਦੋਂ ਮਨੁੱਖ ਸੌਂਦਾ ਹੈ, ਇਹਦੇ ਸਰੀਰ ਦੇ ਅੰਦਰ ਮਾਲਕ ਪ੍ਰਭੂ ਪਰਮਾਤਮਾ ਵੱਲੋਂ ਜੋ ਸਿਸਟਮ ਉਸ ਪਰਮਾਤਮਾ ਨੇ ਬਣਾਇਆ ਹੋਇਆ ਹੈ, ਇੱਕ ਵਾਰ ਇਸ ਸਰੀਰ ਨੂੰ ਆਰਾਮ ਦੀ ਜ਼ਰੂਰਤ ਪੈਂਦੀ ਏ ਤੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ ਫਿਰ ਆਪਣੇ ਕੰਮਾਂ ਕਾਰਾਂ ਵਾਲੇ ਤੁਰ ਪੈਂਦਾ ਹੈ। ਪਰ ਇੱਥੇ ਜਾਗਣਾ ਜਿਹੜਾ ਗੁਰੂ ਸਾਹਿਬ ਜੀ ਨੇ ਸਮਝਾਇਆ, ਇਹ ਜਾਗਣਾ ਹੈ ਆਤਮਿਕ ਤੌਰ ਤੇ ਜਾਗਣ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਭਾਵੇਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹੋਈਏ ਤੇ ਭਾਵੇਂ ਅੰਮ੍ਰਿਤ ਵੇਲੇ ਤੋਂ ਬਾਅਦ ਉੱਠਦੇ ਹੋਈਏ, ਸਰੀਰ ਦਾ ਜਾਗਣਾ ਤੇ ਆਤਮਿਕ ਤੌਰ ਤੇ ਜਾਗਣਾ ਇਹ ਦੋਵੇਂ ਅਲੱਗ-ਅਲੱਗ ਕਿਰਿਆ ਨੇ। ਕਈ ਵਾਰ ਮਨੁੱਖ ਸਾਰੀ ਜ਼ਿੰਦਗੀ ਅੰਮ੍ਰਿਤ ਵੇਲੇ ਜਾਗਦਾ ਰਹਿੰਦਾ ਹੈ, ਪਰ ਆਤਮਿਕ ਤੌਰ ਤੇ ਉਹ ਅੰਦਰੋਂ ਜਾਗਿਆ ਨਹੀਂ। ਇੱਕ ਚੋਰ ਜਿਸ ਦਾ ਕਰਮ ਹੈ ਦੂਜੇ ਦੇ ਘਰ ਨੂੰ ਲੁੱਟਣਾ, ਉਹ ਸਾਰੀ ਰਾਤ ਜਾਗ ਕੇ ਨਿਗਾਹ ਦਿੰਦਾ ਹੈ, ਪਰ ਉਹਦਾ ਜਾਗਣਾ ਕਿਸੇ ਮਕਸਦ ਦੇ ਵਾਸਤੇ, ਆਪਣੇ ਲਾਲਚ ਦੇ ਵਾਸਤੇ, ਬੁਰੇ ਕੰਮ ਦੇ ਵਾਸਤੇ ਉਹਦਾ ਜਾਗਣਾ ਹੈ। ਪਰ ਅਸਲ ਦੇ ਵਿੱਚ ਜਾਗਿਆ ਹੋਇਆ ਮਨੁੱਖ ਉਹ ਹੈ ਜਿਨੇ ਆਪਣੀ ਜ਼ਿੰਦਗੀ ਦੇ ਅੰਦਰ ਬ੍ਰਹਮ ਨੂੰ ਜਾਣ ਲਿਆ, ਜਿਨੇ ਆਪਣੇ ਆਪ ਨੂੰ ਸਮਝ ਲਿਆ, ਜਿਨੇ ਆਪਣੇ ਆਪ ਦੀ ਖੋਜ ਕਰ ਲਈ ਕਿ ਮੈਨੂੰ ਇਹ ਮਨੁੱਖਾ ਜੀਵਨ ਕਿਉਂ ਮਿਲਿਆ ਹੈ, ਮੈਂ ਕਿਸ ਵਾਸਤੇ ਸੰਸਾਰ ਦੇ ਵਿੱਚ ਆਇਆ ਹਾਂ। ਕਿਉਂਕਿ ਗੁਰੂ ਸਵਾਰਿਓ, ਅੱਜ ਦੇ ਇਸ ਸਾਰੇ ਹੀ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਹੈ ਕਿ ਇਹ ਮਨੁੱਖਾ ਦੇਹੀ ਤੇਰੀ ਜਿਹੜੀ ਅੱਜ ਤੈਨੂੰ ਦਿਖਾਈ ਦੇ ਰਹੀ ਏ, ਇਹ ਤੇਰਾ ਸਦਾ ਵਾਸਤੇ ਸਾਥ ਨਿਭਾਉਣ ਵਾਲੀ ਨਹੀਂ, ਇਹਨੇ ਅੰਤ ਨੂੰ ਇੱਕ ਦਿਨ ਖਤਮ ਹੋ ਜਾਣਾ ਹੈ। ਮਨੁੱਖ ਦੇ ਅੰਦਰ ਭੁਲੇਖਾ ਪੈ ਗਿਆ, ਮਨੁੱਖ ਨੇ ਭਰਮ ਪੈਦਾ ਕਰ ਲਿਆ ਕਿ ਇਹਨੇ ਆਪਣੇ ਜੀਵਨ ਨੂੰ ਵੀ ਸੱਚ ਕਰਕੇ ਜਾਣਿਆ ਤੇ ਇਹਨੇ ਇਸ ਜੱਗ ਨੂੰ ਵੀ ਸੱਚ ਕਰਕੇ ਜਾਣ ਲਿਆ ਹੈ। ਪਰ ਭਗਤ ਰਵਿਦਾਸ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਜਿਹੜਾ ਇਆਣਾ ਮਨੁੱਖ ਹੈ, ਇਹਨੂੰ ਇਸ ਗੱਲ ਦੀ ਸਮਝ ਨਹੀਂ, ਇਹਨੂੰ ਇਸ ਗੱਲ ਦਾ ਪਤਾ ਨਹੀਂ ਕਿ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਜਿਹੜਾ ਅੱਜ ਦਿਨ ਚੜਿਆ ਹੈ, ਸ਼ਾਮ ਢਲਦਿਆਂ ਢਲਦਿਆਂ ਜਿੱਥੇ ਦਿਨ ਦੀ ਸਮਾਪਤੀ ਹੋਣੀ ਹੈ, ਰਾਤ ਆ ਜਾਣੀ ਆ, ਇਸੇ ਤਰ੍ਹਾਂ ਹੀ ਮੇਰੇ ਜੀਵਨ ਦੇ ਅੰਦਰੋਂ ਇਹ 12 ਘੰਟੇ ਗੁਜ਼ਰ ਗਏ ਦਿਨ ਦੇ, 12 ਘੰਟੇ ਰਾਤ ਦੇ ਗੁਜ਼ਰ ਗਏ। ਇਹ ਸਮਾਂ ਮੇਰੀ ਜ਼ਿੰਦਗੀ ਦੇ ਉਮਰ ਦੇ ਵਿੱਚੋਂ ਇੰਨਾ ਸਮਾਂ ਘਟ ਗਿਆ ਹੈ ਤੇ ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਕਰਕੇ ਬਚਨ ਕੀਤੇ ਸ਼ਬਦ ਦੇ ਪਹਿਲੇ ਬੰਦ ਵਿੱਚ ਜੋ ਦਿਨ ਆਵੇਂ ਸੋ ਦਿਨ ਜਾਹੀ, ਜਿਹੜਾ ਦਿਨ ਤੇਰੀ ਜ਼ਿੰਦਗੀ ਦੇ ਅੰਦਰ ਆ ਗਿਆ ਉਹਨੇ ਵਾਪਸ ਪਰਤ ਕੇ ਨਹੀਂ ਆਉਣਾ। ਕਰਨਾ ਕੂਚ ਰਹਿਣ ਥਿਰ ਨਾਹੀ। ਤੇ ਭਲਿਆ ਤੂੰ ਇੱਕ ਗੱਲ ਆਪਣੇ ਹਿਰਦੇ ਦੇ ਅੰਦਰ, ਮਨ ਦੇ ਅੰਦਰ ਪੱਕੀ ਕਰ ਲੈ ਕਿ ਇਸ ਸੰਸਾਰ ਦੇ ਵਿੱਚ ਤੂੰ ਸਦਾ ਟਿਕਾਣਾ ਕਰਕੇ ਨਹੀਂ ਬੈਠਣਾ, ਇੱਕ ਦਿਨ ਤੈਨੂੰ ਇਸ ਸੰਸਾਰ ਦੇ ਵਿੱਚੋਂ ਕੂਚ ਕਰਕੇ ਜਾਣਾ ਪਵੇਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਬੜੀਆਂ ਉਦਾਹਰਨਾਂ ਦੇ ਕੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਅਵੇਸਲੇ ਹੋ ਜਾਂਦੇ ਹਾਂ ਜਦੋਂ ਗੁਰਬਾਣੀ ਦੇ ਸੱਚ ਦੇ ਨਾਲ ਸਾਡੀ ਸਾਂਝ ਬਣਦੀ ਏ, ਉਸ ਸੱਚ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਵਾਸਤੇ ਅਸੀਂ ਤਿਆਰ ਨਹੀਂ। ਤੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹੀ ਗੱਲ ਸਾਨੂੰ ਸਮਝਾਈ ਹੈ
कि जदों वेला है तेरे कोले ये मनुखा देही तेनू मालक ने दिती, प्रभु परमात्मा की भजन बंदगी करने वास्ते तू आया। गुरु अर्जन देव पातशाह जी तेनू हर रोज़ समझाउंदे ने, भई प्राप्त मानुख देहुरिया, गोबिंद मिलन की यह तेरी बरिया, अवर काज तेरा कितै ना काम, मिल साध संगत भज केवल नाम। पर फिर भी मनुख की करता है, आयो सुनन पढ़न को बाणी, नाम विसार लगे अन लालच। नाम नूं विसार दिता ते दुनिया दे ਜਿਹੜੇ ਬਿਨਸਣ ਵਾਲੇ ਪਦਾਰਥ ਨੇ ਉਹਨਾਂ ਨੂੰ ਇਕੱਤਰ ਕਰਦਿਆਂ ਕਰਦਿਆਂ ਹੀ ਇਹਨੇ ਸਾਰੀ ਜ਼ਿੰਦਗੀ ਬਤੀਤ ਕਰ ਲਈ। ਇਸੇ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਭਗਤ ਸ਼ੇਖ ਫਰੀਦ ਜੀ ਨੇ ਵੀ ਆਪਣੀ ਰਸਨਾ ਤੋਂ ਇਹ ਬਚਨ ਕੀਤੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਪਾਤਸ਼ਾਹ ਜੀ ਨੇ ਆਖਿਆ ਕਿ ਜਿਸ ਵੇਲੇ ਤਾਂ ਤੈਨੂੰ ਬੇੜਾ ਬੰਨਣ ਦੀ ਜ਼ਰੂਰਤ ਸੀ ਉਸ ਵੇਲੇ ਤੂੰ ਬੇੜਾ ਬਣਾਇਆ ਨਾ, ਭਾਵ ਕਿ ਤੂੰ ਪਰਮਾਤਮਾ ਦਾ ਸਿਮਰਨ ਨਾ ਕੀਤਾ। ਜਦੋਂ ਉਮਰ ਬਤੀਤ ਹੋ ਗਈ ਉਦੋਂ ਫਿਰ ਤੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ ਆਉਂਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਦੁਨੀਆ ਦੇ ਪਦਾਰਥ ਇਸ ਸੰਸਾਰ ਦੇ ਅੰਦਰ ਸਦਾ ਨਿਭਣ ਵਾਲੇ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਪਾਤਸ਼ਾਹ ਜੀ ਨੇ ਬਚਨ ਕੀਤੇ, ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰੇ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਭਗਤ ਰਵਿਦਾਸ ਜੀ ਕਹਿਣ ਲੱਗੇ, ਜਿਹਨੂੰ ਇਸ ਸੰਸਾਰ ਦੇ ਅੰਦਰ ਸਭ ਤੋਂ ਜ਼ਿਆਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀਵਨ ਸਾਥੀ ਹੈ, ਜੀਵਨ ਦੇ ਵਿੱਚ ਨਿਭਣ ਵਾਲੀ ਧਰਮ ਸੁਪਤਨੀ ਹੈ, ਸਤਿਗੁਰੂ ਜੀ ਨੇ ਸਮਝਾਉਣਾ ਕੀਤਾ, ਜਿਸ ਵੇਲੇ ਤੇਰੇ ਇਸ ਸਰੀਰ ਦੇ ਵਿੱਚੋਂ ਸਵਾਸਾਂ ਦਾ ਭਾਂਡਾ ਟੁੱਟ ਗਿਆ, ਇਹ ਸਵਾਸ ਖਤਮ ਹੋ ਗਏ, ਉਦੋਂ ਉਹ ਵੀ ਭੂਤ ਭੂਤ ਕਹਿ ਕੇ ਦੂਰ ਭੱਜਦੀ ਹੈ। ਇਸ ਦਾ ਭਾਵ ਇਹ ਕਿ ਦੁਨੀਆ ਦਾ ਪਦਾਰਥ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਇਸ ਸੰਸਾਰ ਦੇ ਅੰਦਰ ਬੜੇ ਵੱਡੇ ਵੱਡੇ ਸਿਪਾ ਸਲਾਰ ਆਏ, ਬੜੇ ਵੱਡੇ ਵੱਡੇ ਰਿਸ਼ੀ ਮੁਨੀ ਆਏ, ਜਿਨ੍ਹਾਂ ਨੇ ਆਪਣੀ ਸਿੱਧ ਭਗਤੀ ਦੇ ਨਾਲ, ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੀ ਉਮਰ ਨੂੰ ਬੜਾ ਵਡੇਰਾ ਕਰ ਲਿਆ, ਪਰ ਅੰਤ ਨੂੰ ਉਹਨਾਂ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਜਾਣਾ ਪਿਆ। ਉਹ ਵੀ ਲੋਕ ਆਏ ਜਿਨ੍ਹਾਂ ਨੂੰ ਆਪਣੇ ਘਰ ਪਰਿਵਾਰ ਦਾ, ਆਪਣੇ ਰਿਸ਼ਤੇਦਾਰ ਸਖੇ ਸੰਬੰਧੀਆਂ ਦਾ, ਰਾਜ ਭਾਗ ਦਾ ਬੜਾ ਅਹੰਕਾਰ ਸੀ, ਉਹ ਵੀ ਇਸ ਸੰਸਾਰ ਦੇ ਵਿੱਚੋਂ ਖਾਲੀ ਹੱਥ ਹੀ ਤੁਰ ਗਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਦਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ, ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਾਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਇਸ ਦੇਹੀ ਨੇ ਜਿਹੜੀ ਝੂਠ ਹੈ, ਜਿਹਦਾ ਕੋਈ ਸੱਚ ਨਹੀਂ, ਇਸ ਦੇਹੀ ਦੇ ਬਿਨਸਣ ਦਾ ਉਸ ਮਾਲਕ ਦੇ ਘਰ ਦੇ ਵਿੱਚ ਪਹਿਲਾਂ ਹੀ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਜਦੋਂ ਤੇਰਾ ਜਨਮ ਹੋਇਆ ਉਦੋਂ ਪਹਿਲਾਂ ਹੀ ਇਹ ਲਿਖ ਦਿੱਤਾ ਗਿਆ ਕਿ ਇਸ ਦੇਹੀ ਨੇ ਸਦਾ ਥਿਰ ਨਹੀਂ ਰਹਿਣਾ। ਤਾਂ ਹੀ ਬਾਣੀ ਦੇ ਇਹ ਬਚਨ ਪੜ੍ਹਦੇ ਹਾਂ, ਮਰਨ ਲਖਾਏ ਮੰਡਲ ਮਹਿ ਆਏ। ਤੇ ਸਤਿਗੁਰੂ ਜੀ ਕਹਿੰਦੇ ਹਨ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਮੇਰੀ ਮੇਰੀ ਕਹਿਰੋ ਕਰਤੇ, दरियोदन से भाई, 12 जोजन शतर चले था, देही गिरजन खाई, सर्ब सोइन की लंका होती। जिन्हां ने आख्या मेरे राज भाग दे अंदर मेरी जिहड़ी लंका है, रावण वर्गे मेरी लंका सारी सोने दी बनी हुई है। पर पातशाह जी कहंदे जिहदे घर सोने दे सन, ਉਹ घर दे अंदर कोई दीवा बालन वाला भी ना रहा। इस संसार दी इस सच्चाई है कि दुनिया के पदार्थ मनुख जितने मर्जी इकत्तर कर लवे,
ਅੰਤ ਨਿਭਣ ਵਾਲਾ ਕੇਵਲ ਤੇ ਕੇਵਲ ਪਰਿਪੂਰਨ ਪਰਮਾਤਮਾ ਦਾ ਨਾਮ ਹੈ। ਇਸੇ ਕਰਕੇ ਭਗਤ ਰਵਿਦਾਸ ਜੀ ਸਾਨੂੰ ਸਮਝਾਉਣਾ ਕਰਦੇ ਨੇ, ਸੰਗ ਚਲਤ ਹੈ ਹਮ ਭੀ ਚੱਲਣਾ। ਸਾਡਾ ਸੰਗ ਚਲੇ ਗਿਆ, ਭਾਵ ਕਿ ਜਿਹੜੇ ਸਾਡੇ ਸੰਗੀ ਸਾਥੀ ਸਨ ਉਹ ਸਾਡੇ ਹੁੰਦਿਆਂ ਤੁਰ ਗਏ, ਉਹਨਾਂ ਨੂੰ ਆਪਣਾ ਸਰੀਰ ਤਿਆਗ ਕੇ ਜਾਣਾ ਪਿਆ। ਗੁਰੂ ਸਵਾਰਿਓ, ਇਕੱਲੇ ਇੱਥੇ ਸੰਗੀ ਦੁਨਿਆਵੀ ਮਨੁੱਖ ਦੀ ਗੱਲ ਨਹੀਂ ਕੀਤੀ, ਸਾਡੇ ਰਿਸ਼ਤੇਦਾਰ ਸਖੇ ਸੰਬੰਧੀਆਂ ਦੀ ਗੱਲ ਹੀ ਨਹੀਂ ਕੀਤੀ। ਇਹ ਸੰਗੀ ਸਾਥੀ ਕਿਹੜੇ ਨੇ? ਸੰਗੀ ਸਾਥੀ ਨੇ ਸਾਡੇ ਗਿਆਨ ਇੰਦਰੇ। ਸਰੀਰ ਦੇ ਨਾਲ ਉਸ ਮਾਲਕ ਪ੍ਰਭੂ ਪਰਮਾਤਮਾ ਨੇ ਜਿਹੜੇ ਸਾਨੂੰ ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਪਾਤਸ਼ਾਹ ਜੀ ਕਹਿੰਦੇ ਤੇਰੇ ਇਹ ਸਾਥੀ ਵੀ ਤੇਰਾ ਸਾਥ ਛੱਡ ਗਏ ਨੇ। ਕਿਵੇਂ? ਅੱਜ ਮਨੁੱਖ ਦੇ ਜੀਵਨ ਦੇ ਅੰਦਰ ਉਹ ਵੀ ਅਵਸਥਾ ਆ ਗਈ, ਜਦੋਂ ਬਿਰਧ ਅਵਸਥਾ ਦੇ ਵਿੱਚ ਆਇਆ, ਤਨ ਦੇ ਅੰਦਰ ਸਵਾਸ ਚੱਲਦੇ ਨੇ, ਪਰ ਰਸਨਾ ਦੇ ਉੱਪਰ ਇਤਨੀ ਤਾਕਤ ਨਹੀਂ ਕਿ ਉਹ ਆਪਣੇ ਬੋਲਾਂ ਦੇ ਨਾਲ ਕਿਸੇ ਮਨੁੱਖ ਨੂੰ ਆਵਾਜ਼ ਮਾਰ ਕੇ ਆਪਣੇ ਨਜ਼ਦੀਕ ਪਾਣੀ ਪਿਲਾਉਣ ਵਾਸਤੇ ਬੁਲਾ ਸਕੇ। ਮਨੁੱਖ ਦੇ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ, ਸਾਹ ਚੱਲ ਰਹੇ ਨੇ, ਪਰ ਤਨ ਦੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਕੇ ਕਿਸੇ ਧਰਮ ਕਰਮ ਦੇ ਵਾਸਤੇ ਤੁਰ ਸਕੇ। ਅੱਜ ਨੈਣਾ ਦੇ ਵਿੱਚ ਇੰਨੀ ਤਾਕਤ ਨਹੀਂ, ਇੰਨਾ ਪ੍ਰਕਾਸ਼ ਨਹੀਂ ਕਿ ਉਹ ਇਸ ਸੰਸਾਰ ਨੂੰ ਦੇਖ ਸਕੇ। ਕੰਨ ਮੌਜੂਦ ਨੇ, ਪਰ ਕੰਨਾਂ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਉਹ ਕਿਸੇ ਦੇ ਬੋਲਾਂ ਨੂੰ ਸੁਣ ਸਕਣ। ਇਸ ਕਰਕੇ ਪਾਤਸ਼ਾਹ ਜੀ ਨੇ ਆਖਿਆ, ਉਹ ਮਾਲਕ ਪ੍ਰਭੂ ਪਰਮਾਤਮਾ ਦੇ ਵੱਲੋਂ ਦਿੱਤੇ ਗਏ ਤੇਰੇ ਜਿਹੜੇ ਸਾਥੀ ਸਨ, ਤੇਰੇ ਸਰੀਰ ਦੇ ਗਿਆਨ ਇੰਦਰੇ ਤੇ ਕਰਮ ਇੰਦਰੇ, ਤੇਰੀ ਮੌਤ ਤੋਂ ਪਹਿਲਾਂ ਪਹਿਲਾਂ ਉਹ ਵੀ ਤੇਰਾ ਸਾਥ ਛੱਡ ਜਾਂਦੇ ਨੇ। ਦੁਨੀਆ ਦੇ ਲੋਕਾਂ ਦੀ ਤਾਂ ਗੱਲ ਬੜੀ ਦੂਰ ਦੀ ਰਹਿ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਸਾਡੇ ਇਸ ਸੰਸਾਰ ਦੇ ਅੰਦਰ ਹਰ ਇੱਕ ਮਨੁੱਖ ਦੇ ਮਨ ਵਿੱਚ ਇਹ ਭੁਲੇਖਾ ਪੈ ਗਿਆ, ਭਰਮ ਪੈ ਗਿਆ ਕਿ ਸ਼ਾਇਦ ਇਸ ਜਗਤ ਦੇ ਵਿੱਚ ਸਦੀਵੀ ਕਾਲ ਵਾਸਤੇ ਰਹਿਣਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਸਾਡਾ ਤਾਂ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਆਉਣਾ ਹੋਇਆ ਹੈ, ਜਿਵੇਂ ਇੱਕ ਮਹਿਮਾਨ ਕਿਸੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾ ਕੇ 1-2 ਦਿਨ ਉੱਥੇ ਮਹਿਮਾਨ ਬਣ ਕੇ ਰਹਿੰਦਾ ਹੈ, ਵਾਪਸ ਉਹਨੂੰ ਆਪਣੇ ਘਰ ਪਰਤ ਕੇ ਆਉਣਾ ਹੀ ਪੈਂਦਾ ਹੈ। ਸਾਡਾ ਸੰਸਾਰ ਦੇ ਵਿੱਚ ਆਉਣਾ ਇਸ ਤਰ੍ਹਾਂ ਹੈ ਜਿਵੇਂ ਗਵਾਲਾ ਆਪਣੇ ਪਸ਼ੂਆਂ ਨੂੰ ਚਾਰਨ ਵਾਸਤੇ ਕਿਸੇ ਦਰਿਆ ਨਦੀ ਦੇ ਕਿਨਾਰੇ ਤੇ ਲੈ ਜਾਵੇ, ਪਰ ਉਹਨੇ ਜਾ ਕੇ ਕਦੀ ਉੱਥੇ ਆਪਣੇ ਮਹਿਲ ਮਾੜੀਆਂ ਜਾਂ ਆਪਣਾ ਵਧੀਆ ਘਰ ਬਣਾਉਣ ਦਾ ਯਤਨ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਸ ਨੂੰ ਇਸ ਗੱਲ ਦਾ ਇਲਮ ਹੈ, ਇਸ ਗੱਲ ਦਾ ਪਤਾ ਹੈ ਕਿ ਮੈਂ ਇੱਕ ਦਿਨ ਵਾਪਸ ਆਪਣੇ ਘਰ ਦੇ ਵਿੱਚ ਪਰਤਣਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਤਾਂ ਇੱਕ ਬਗੀਚੇ ਦੀ ਨਿਆਈ ਹੈ। ਉਹ ਬਗੀਚੇ ਦੀ ਨਿਆਈ ਜਿਸ ਬਗੀਚੇ ਦੇ ਵਿੱਚ ਇੱਕ ਮਾਲੀ ਨੇ ਫੁੱਲਾਂ ਦੀ ਉਹ ਫੁਲਵਾੜੀ ਨੂੰ ਬੜੇ ਹੀ ਪਿਆਰ ਦੇ ਨਾਲ ਉਹਦੀ ਸੰਭਾਲ ਕੀਤੀ, ਉਹਨਾਂ ਪੌਦਿਆਂ ਨੂੰ ਫੁੱਲਾਂ ਨੂੰ ਵੱਡਿਆਂ ਕੀਤਾ। ਜਦੋਂ ਉਹ ਫੁੱਲ ਖਿੜੇ ਤੇ ਉਸ ਬਗੀਚੇ ਦਾ ਮਾਲਕ ਉਸ ਬਗੀਚੇ ਵਿੱਚ ਟਹਿਲਦਾ ਟਹਿਲਦਾ ਆਇਆ, ਜਿਹੜਾ ਉਹਨੂੰ ਫੁੱਲ ਚੰਗਾ ਲੱਗਿਆ ਉਹ ਤੋੜ ਕੇ ਆਪਣੇ ਨਾਲ ਲੈ ਗਿਆ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਇਹ ਸੰਸਾਰ ਇੱਕ ਬਗੀਚੇ ਦੀ ਨਿਆਈ ਹੈ, ਇਹ ਸੰਸਾਰ ਇੱਕ ਮਹਿਮਾਨ ਨਵਾਜੀ ਦੀ ਨਿਆਈ ਹੈ। ਇਹ ਜਿਹੜਾ ਸੰਸਾਰ ਆਪਾਂ ਦੇਖਦੇ ਹਾਂ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਗਵਾਲਾ ਪਸ਼ੂਆਂ ਨੂੰ ਚਾਰਨ ਵਾਸਤੇ ਦਰਿਆ ਨਦੀ ਦੇ ਕਿਨਾਰੇ ਜਾਂਦਾ ਏ, ਪਰ ਅਸਲ ਟਿਕਾਣਾ ਉਹਦਾ ਉਹ ਨਹੀਂ, ਅਸਲ ਟਿਕਾਣਾ ਉਹਦਾ ਘਰ ਹੈ। ਪਾਤਸ਼ਾਹ ਜੀ ਨੇ ਬਚਨ ਕੀਤੇ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਨਿੱਕੀਆਂ ਨਿੱਕੀਆਂ ਗੱਲਾਂ ਦਾ ਕਾਹਦਾ ਹੰਕਾਰ ਕਰਕੇ ਬੈਠ ਜਾਣਾ ਹੈ। ਛੋਟੀ ਜੀ ਤੈਨੂੰ ਦੁਨੀਆ ਦੇ ਅੰਦਰ ਮਾਣ ਸਨਮਾਨ ਮਿਲ ਜਾਵੇ, ਤੂੰ ਹੰਕਾਰੀ ਬਣ ਜਾਣਾ ਹੈ। ਤੇਰੇ ਕੋਲੇ ਥੋੜਾ ਜਿਹਾ ਧਨ ਦੌਲਤ ਆ ਜਾਵੇ, ਤੇਰੇ ਹਿਰਦੇ ਦੇ ਅੰਦਰ ਹਉਮੈ ਆ ਜਾਂਦੀ ਏ। ਭਗਤ ਕਬੀਰ ਜੀ ਨੇ ਬੜਾ ਸੋਹਣਾ ਫਰਮਾਨ ਕੀਤਾ, ਕਹਿਣ ਲੱਗੇ ਕਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਡੋ ਟੇਡੋ ਜਾਤ, ਪਰ ਇੱਕ ਗੱਲ ਦਾ ਤੂੰ
ਆਪਣੇ ਮਨ ਦੇ ਵਿੱਚ ਹਮੇਸ਼ਾ ਹੀ ਧਿਆਨ ਰੱਖੀ ਕਿ ਦਿਵਸ ਚਾਰ ਕੀ ਕਰੋ ਸਾਹਿਬੀ, ਜੈਸੇ ਬਨ ਹਰ ਪਾਤ ਨਾ ਕਉ ਲੈ ਆਇਓ ਇਹ ਧਨ, ਨਾ ਕਉ ਲੈ ਜਾਤ, ਰਾਵਣ ਹੂੰ ਤੇ ਅਦਕ ਛਤਰਪਤ, ਖਿਨ ਮੈਂ ਗਏ ਬਿਲਾਤ। ਇਸ ਸੰਸਾਰ ਦੇ ਅੰਦਰ ਕੋਈ ਵੀ ਸਾਥ ਨਿਭਾਉਣ ਵਾਲਾ ਨਹੀਂ। ਪਾਤਸ਼ਾਹ ਜੀ ਕਹਿੰਦੇ ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ, ਤੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਹੰਕਾਰ ਨਾ ਕਰ। ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਅਸੀਂ ਇਸ ਤਰ੍ਹਾਂ ਆਏ ਹਾਂ ਜੈਸੇ ਰੈਨ ਪਰਹੁਣੇ, ਉੱਠ ਚਲਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਓ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ। ਇਸ ਸੰਸਾਰ ਦੇ ਅੰਦਰ ਮੇਰੀ ਮੇਰੀ ਕਾਹਦੀ ਕਰਦਾ ਏ, ਜਿਸ ਪਰਮਾਤਮਾ ਨੇ ਤੈਨੂੰ ਦਿੱਤਾ ਉਸ ਪਰਮਾਤਮਾ ਨੂੰ ਯਾਦ ਕਰ, ਉਹਨੂੰ ਆਪਣੇ ਹਿਰਦੇ ਦੇ ਅੰਦਰ ਚਿਤਵ, ਉਹਦੇ ਨਾਮ ਨੂੰ ਉਹਦੇ ਗੁਣਾਂ ਨੂੰ ਜੀਵਨ ਦੇ ਅੰਦਰ ਢਾਲਣਾ ਕਰ। ਪਾਤਸ਼ਾਹ ਜੀ ਕਹਿੰਦੇ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਤੇਰੇ ਕੋਲੇ ਭਾਵੇਂ ਲੱਖਾਂ ਨੇ ਤੇ ਭਾਵੇਂ ਕਰੋੜਾਂ ਨੇ, ਭਲਿਆ ਜਦੋਂ ਅੰਤ ਵੇਲਾ ਆ ਗਿਆ ਇਹ ਤਾਂ ਦੁਨੀਆ ਦੇ ਪਦਾਰਥ ਇੱਥੇ ਦੇ ਇੱਥੇ ਹੀ ਰਹਿ ਜਾਣੇ ਆ। ਇਸ ਕਰਕੇ ਭਗਤ ਰਵਿਦਾਸ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਕਿ ਇਸ ਭੁਲੇਖੇ ਦੇ ਵਿੱਚ ਨਾ ਪੈ ਕਿ ਇਹ ਜੀਵਨ ਤੇ ਇਹ ਜੱਗ ਸਦਾ ਰਹਿਣ ਵਾਲਾ ਹੈ, ਇਹਨੇ ਬਿਨਸ ਜਾਣਾ ਹੈ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜੇ ਦੁਨਿਆਵੀ ਪਦਾਰਥਾਂ ਨੂੰ ਹਾਸਲ ਨਹੀਂ ਕਰਨਾ ਤਾਂ ਕੀ ਆਪਣੀ ਜ਼ਿੰਮੇਵਾਰੀ ਨੂੰ ਵੀ ਮਨੁੱਖ ਨੇ ਨਿਭਾਉਣਾ ਨਹੀਂ ਹੈ? ਕਿਉਂਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸਾਡੀਆਂ ਬੜੀਆਂ ਜ਼ਿੰਮੇਵਾਰੀਆਂ ਨੇ। ਸਾਡੇ ਉੱਪਰ ਧੀਆਂ ਪੁੱਤਰਾਂ ਨੂੰ ਪਾਲਣਾ, ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਨੂੰ ਕਾਮਯਾਬ ਬਣਾਉਣਾ, ਜ਼ਿੰਦਗੀ ਦੇ ਅੰਦਰ ਸਫਲ ਬਣਾਉਣਾ ਹਰ ਇੱਕ ਮਾਤਾ ਪਿਤਾ ਦਾ ਫਰਜ਼ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ। ਤੇ ਜਦੋਂ ਅਸੀਂ ਕਹਿੰਦੇ ਹਾਂ ਬਾਣੀ ਦੇ ਵਿੱਚੋਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਦੁਨਿਆਵੀ ਪਦਾਰਥ ਨਾਲ ਨਹੀਂ ਜਾਣੇ, ਕਿ ਸਾਨੂੰ ਘਰ ਨਹੀਂ ਬਣਾਉਣਾ ਚਾਹੀਦਾ, ਕਿ ਸਾਡੇ ਕੋਲੇ ਅਸਵਾਰੀ ਕਰਨ ਵਾਸਤੇ ਵਧੀਆ ਸਾਧਨ ਨਹੀਂ ਹੋਣੇ ਚਾਹੀਦੇ। ਨਹੀਂ ਗੁਰੂ ਸਵਾਰਿਓ, ਇਸ ਦਾ ਭਾਵ ਇਹ ਹੈ ਕਿ ਤੂੰ ਕੱਲਾ ਕਿਤੇ ਦੁਨਿਆਵੀ ਪਦਾਰਥਾਂ ਦੇ ਪਿੱਛੇ ਹੀ ਨਾ ਲੱਗਾ ਰਹੀਂ। ਜਿਨਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਉਸ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਵੀ ਜੁੜ, ਉਸ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਤੇ ਇਹ ਫਿਕਰ ਮਤ ਕਰ ਕਿ ਤੈਨੂੰ ਸੰਸਾਰ ਦੇ ਵਿੱਚ ਖਾਣ ਵਾਸਤੇ ਕੁਝ ਨਹੀਂ ਮਿਲੇਗਾ। ਜੇ ਤੇਰੇ ਜੀਵਨ ਦੇ ਅੰਦਰ ਉਦਮ ਹੈ ਤੇ ਜੇ ਤੇਰੇ ਜੀਵਨ ਦੇ ਅੰਦਰ ਮਾਲਕ ਪ੍ਰਭੂ ਪਰਮਾਤਮਾ ਦਾ ਨਾਮ ਹੈ, ਉਦਮ ਤੇ ਪਰਮਾਤਮਾ ਦੀ ਯਾਦ ਤੈਨੂੰ ਇਸ ਸੰਸਾਰ ਦੇ ਅੰਦਰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣ ਦੇਵੇਗੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ। ਅੱਗੇ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ। ਜਿਸ ਮਾਲਕ ਪ੍ਰਭੂ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਉਹ ਤੇਰੇ ਰਿਜ਼ਕ ਦਾ ਪ੍ਰਬੰਧ ਕਰਕੇ ਵੀ ਬੈਠਾ ਹੈ। ਪਰ ਗੁਰੂ ਸਵਾਰਿਓ, ਇਹਦਾ ਭਾਵ ਇਹ ਹੈ ਕਿ ਤੇਰੇ ਰਿਜ਼ਕ ਦਾ ਪ੍ਰਬੰਧ ਤਾਂ ਮਾਲਕ ਨੇ ਪਹਿਲਾਂ ਹੀ ਕੀਤਾ, ਪਰ ਉਸ ਰਿਜ਼ਕ ਨੂੰ ਪ੍ਰਾਪਤ ਕਰਨਾ, ਹਾਸਲ ਕਰਨਾ, ਇਹ ਤੇਰੇ ਉਦਮ ਤੇ ਨਿਰਭਰ ਕਰਦਾ ਹੈ। ਇਹ ਨਹੀਂ ਹੈ ਕਿ ਕੋਈ ਮਨੁੱਖ ਸਾਹਮਣੇ ਪ੍ਰਸ਼ਾਦਾ ਰੱਖਿਆ ਹੋਵੇ ਤੇ ਬੁਰਕੀ ਤੋੜ ਕੇ ਆਪਣੇ ਮੂੰਹ ਦੇ ਵਿੱਚ ਪਾਉਣ ਵਾਸਤੇ ਵੀ ਤਿਆਰ ਨਾ ਹੋਵੇ। ਉਹ ਮਨੁੱਖ ਦੀ ਕਦੀ ਵੀ ਤਨ ਦੀ ਭੁੱਖ ਦੂਰ ਨਹੀਂ ਹੋ ਸਕਦੀ ਜਿਹੜਾ ਇੰਨਾ ਉਦਮ ਨਹੀਂ ਕਰ ਸਕਦਾ ਕਿ ਇੱਕ ਬੁਰਕੀ ਤੋੜ ਕੇ ਆਪਣੇ ਮੁਖ ਦੇ ਵਿੱਚ ਵੀ ਨਾ ਪਾ ਸਕੇ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਨੁੱਖ ਦੇ ਜੀਵਨ ਦੇ ਅੰਦਰ ਗੁਰੂ ਕੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪ ਵੀ ਕਿਰਤ ਕਰੇ, ਆਪ ਵੀ ਪ੍ਰਸ਼ਾਦਾ ਛਕੇ ਤੇ ਉਹਨੂੰ ਵੰਡ ਕੇ ਅੱਗੇ ਹੋਰਾਂ ਦੀ ਵੀ ਮਦਦ ਕਰੇ, ਉਹਨਾਂ ਦਾ ਵੀ ਲੰਗਰ ਪ੍ਰਸ਼ਾਦੇ ਦੇ ਨਾਲ ਸੇਵਾ ਕਰੇ।
ਇਹ ਗੁਰਬਾਣੀ ਦਾ, ਗੁਰਮਤਿ ਦਾ ਸਿਧਾਂਤ ਹੈ। ਪਰ ਇਸ ਭੁਲੇਖੇ ਦੇ ਵਿੱਚ ਹੀ ਨਾ ਫਸਿਆ ਰਵੇ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਧੀਆਂ ਪੁੱਤਰਾਂ ਦਾ ਕੀ ਬਣੇਗਾ, ਇਹਨਾਂ ਨੂੰ ਪ੍ਰਸ਼ਾਦਾ ਕਿੱਥੋਂ ਪ੍ਰਾਪਤ ਹੋਵੇਗਾ। ਜੇ ਤੇਰੇ ਜੀਵਨ ਦੇ ਵਿੱਚ ਉਦਮ ਹੈ ਤਾਂ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਜੋੜ ਕੇ ਗੁਰਮਤਿ ਦੇ ਸਿਧਾਂਤਾਂ ਨੂੰ, ਨਿਰਮੋਲਕ ਸਿਧਾਂਤਾਂ ਨੂੰ ਉਹਨਾਂ ਦੇ ਜੀਵਨ ਦਾ ਆਧਾਰ ਬਣਾ, ਤੇ ਫਿਰ ਇਸ ਸੰਸਾਰ ਦੇ ਅੰਦਰ ਸਾਨੂੰ ਸਮਝ ਲੱਗ ਜਾਵੇਗੀ ਕਿ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਅੱਜ ਦੇ ਸਮੇਂ ਦੇ ਅੰਦਰ, ਜਿੱਥੇ ਕਿ ਰੈਡੀਮੇਡ ਜ਼ਮਾਨਾ ਹੈ, ਜਿੱਥੇ ਸਾਨੂੰ ਦੁਨਿਆਵੀ ਹਰ ਇੱਕ ਪਦਾਰਥ ਬਣਿਆ ਬਣਾਇਆ ਪ੍ਰਾਪਤ ਹੋ ਜਾਂਦਾ ਹੈ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਧਰਮ ਵੀ ਸਾਨੂੰ ਰੈਡੀਮੇਡ ਹੀ ਮਿਲ ਜਾਵੇ। ਸਾਨੂੰ ਨਿਤਨੇਮ ਕਰਨ ਦੀ ਲੋੜ ਨਾ ਪਵੇ, ਸਾਨੂੰ ਸਹਿਜ ਪਾਠ ਕਰਨ ਦੀ ਲੋੜ ਨਾ ਪਵੇ, ਤੇ ਮਾਲਕ ਸਾਡੇ ਉੱਪਰ ਬਖਸ਼ਿਸ਼ਾਂ ਕਰ ਦੇਵੇ। ਨਹੀਂ ਗੁਰੂ ਸਵਾਰਿਓ, ਕੋਈ ਵੀ ਅਸੀਂ ਉਦਮ ਕਰਦੇ ਹਾਂ ਉਹਦੇ ਵਾਸਤੇ ਘਾਲਣੀ ਪੈਂਦੀ ਹੈ। ਦੁੱਧ ਤੋਂ ਮੱਖਣ ਤੱਕ ਤੇ ਘਿਓ ਤੱਕ ਦਾ ਸਫ਼ਰ ਤੈਅ ਕਰਦਿਆਂ ਦੁੱਧ ਨੂੰ ਕਈ ਅਵਸਥਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਫਿਰ ਉਹਦੇ ਵਿੱਚੋਂ ਸਾਨੂੰ ਘਿਓ ਪ੍ਰਾਪਤ ਹੁੰਦਾ ਹੈ। ਜੇ ਅਸੀਂ ਇਕੱਲਾ ਦੁੱਧ ਨੂੰ ਸਾਹਮਣੇ ਰੱਖ ਕੇ ਕਹੀ ਜਾਈਏ ਕਿ ਇਹ ਘਿਓ ਬਣ ਜਾਵੇ, ਉਹ ਘਿਓ ਬਣਨ ਵਾਸਤੇ ਪਹਿਲਾਂ ਉਸ ਨੂੰ ਉਬਾਲਣਾ ਪਵੇਗਾ, ਉਹਨੂੰ ਜਾਗ ਲਗਾਉਣੀ ਪਵੇਗੀ, ਜਾਗ ਲਗਾਉਣ ਤੋਂ ਬਾਅਦ ਉਹਨੂੰ ਰਿੜਕਣਾ ਪਵੇਗਾ, ਰਿੜਕਣ ਤੋਂ ਬਾਅਦ ਜਦੋਂ ਮੱਖਣ ਬਣ ਗਿਆ ਉਹਨੂੰ ਦੁਬਾਰਾ ਅੱਗ ਦੇ ਉੱਪਰ ਕਾੜਨਾ ਪਵੇਗਾ, ਫਿਰ ਘਿਓ ਪ੍ਰਾਪਤ ਹੁੰਦਾ ਹੈ। ਜੀਵਨ ਦੇ ਅੰਦਰ ਜੇ ਸਫਲਤਾ ਹਾਸਲ ਕਰਨੀ ਹੈ ਤਾਂ ਸਾਨੂੰ ਗੁਰੂ ਦੇ ਸ਼ਬਦ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਵਸਾਉਣਾ ਪਵੇਗਾ। ਫਿਰ ਸਾਨੂੰ ਪਤਾ ਲੱਗੇਗਾ ਕਿ ਜਿਹੜਾ ਮਾਲਕ ਪ੍ਰਭੂ ਪਰਮਾਤਮਾ ਇਸ ਸੰਸਾਰ ਦੇ ਅੰਦਰ ਸਾਨੂੰ ਸਭ ਕੁਝ ਦੇਣ ਵਾਲਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ। ਆਖਿਆ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਨ। ਸਤਿਗੁਰੂ ਜੀ ਨੇ ਕਿਹੜੀ ਉਹ ਦੁਨੀਆ ਦੀ ਵਸਤੂ ਹੈ ਜਿਹੜੀ ਸਾਨੂੰ ਪਰਮਾਤਮਾ ਨੇ ਨਹੀਂ ਦਿੱਤੀ। ਹਰ ਇੱਕ ਵਸਤੂ, ਹਰ ਇੱਕ ਦਾਤ ਮਾਲਕ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੈ। ਤਾਈਏ ਤਾਂ ਗੁਰਬਾਣੀ ਕਹਿੰਦੀ ਹੈ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂ ਕਾ, ਉਹ ਮਾਲਕ ਤੇਰੇ ਹਿਰਦੇ ਦੀ ਜਾਣਨ ਵਾਲਾ ਹੈ, ਤੈਨੂੰ ਉਹ ਰਿਜ਼ਕ ਵੀ ਆਪੇ ਦੇਵੇਗਾ। ਭਗਤ ਰਵਿਦਾਸ ਜੀ ਬਚਨ ਕਰਦੇ ਹਨ, ਜਿਨ ਜਿਉ ਦੀਆ ਸੋ ਰਿਜ਼ਕ ਅੰਬਰਾਵੈ। ਸਭ ਘਟ ਭੀਤਰ ਹਾਟ ਚਲਾਵੈ। ਹਰ ਇੱਕ ਹਿਰਦੇ ਘਰ ਦੇ ਵਿੱਚ ਬੈਠਾ ਹੋਇਆ ਉਹ ਦਾਤਾਂ ਬਖਸ਼ਿਸ਼ ਕਰਦਾ ਪਿਆ ਹੈ। ਇਸ ਕਰਕੇ ਕਰਨਾ ਕੀ ਹੈ, ਕਰ ਬੰਦਗੀ ਛਾੜ ਮੈਂ ਮੇਰਾ। ਮੈਂ ਮੇਰੀ ਨੂੰ ਛੱਡ ਦੇ ਤੇ ਮਾਲਕ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ। ਹਿਰਦੈ ਨਾਮ ਸਮਾਰ ਸਵੇਰਾ। ਪਾਤਸ਼ਾਹ ਜੀ ਕਹਿੰਦੇ ਇਹ ਜੀਵਨ ਰੂਪੀ ਸਵੇਰ ਦੇ ਹੁੰਦਿਆਂ ਤੂੰ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ, ਭਾਵ ਕਿ ਉਸ ਦੇ ਗੁਣਾਂ ਦੇ ਨਾਲ ਸਾਂਝ ਪਾ। ਫਿਰ ਪਾਤਸ਼ਾਹ ਜੀ ਨੇ ਅੱਗੇ ਬਚਨ ਕੀਤਾ, ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ, ਜਨਮ ਸਿਰਾਨੋ ਪੰਥ ਨਾ ਸਵਾਰਾ। ਕਹਿੰਦੇ ਸਾਰਾ ਬਤੀਤ ਹੁੰਦਾ ਜਾ ਰਿਹਾ ਹੈ। ਸਿਰਾਨੋ ਤੋਂ ਭਾਵ ਹੈ ਚਲੇ ਗਿਆ, ਬਤੀਤ ਹੋ ਗਿਆ, ਪੰਥ ਨਾ ਸਵਾਰਾ। ਪਰ ਇਸ ਮਨੁੱਖ ਨੇ ਅਗਿਆਨਤਾ ਦੇ ਵਿੱਚ ਆਪਣੇ ਪੰਥ ਨੂੰ, ਪੰਥ ਦਾ ਭਾਵ ਹੈ ਰਸਤਾ, ਮਾਰਗ, ਮਾਲਕ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਲੇ ਮਾਰਗ ਨੂੰ ਇਸ ਨੇ ਸਵਾਰਿਆ ਨਹੀਂ, ਭਾਵ ਕਿ ਆਪਣੇ ਜੀਵਨ ਦੇ ਵਿੱਚ ਚੰਗੇ ਗੁਣ ਧਾਰਨ ਨਹੀਂ ਕੀਤੇ। ਸਾਂਝ ਪਰੀ ਦਹਿ ਦਿਸ਼ ਅੰਧਿਆਰਾ। ਇਸ ਮਨੁੱਖ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਦੋਂ ਸ਼ਾਮ ਪੈ ਜਾਵੇ, ਸਾਂਝ ਪਰੀ ਦਹਿ ਦਿਸ਼ ਅੰਧਿਆਰਾ, ਜਦੋਂ ਸ਼ਾਮ ਪੈ ਜਾਵੇ ਹਨੇਰਾ ਚਾਰ ਚੁਫੇਰੇ ਫੈਲ ਜਾਂਦਾ ਹੈ, ਅੰਧਕਾਰ ਹੋ ਜਾਂਦਾ ਏ, ਉਦੋਂ ਤੈਨੂੰ ਕੋਈ ਰਸਤਾ ਲੱਭਣ ਦਾ ਯਤਨ ਕਰੇਗਾ ਤਾਂ ਬਿਨਾਂ ਚਾਨਣ ਤੋਂ ਤੈਨੂੰ ਰਸਤਾ ਕੋਈ ਦਿਖਾਈ ਨਹੀਂ ਦੇਣਾ। ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਸਵੇਰ ਰੂਪੀ ਤੇਰੇ ਕੋਲੇ ਜੀਵਨ ਹੈ, ਇਸ ਸਰੀਰ ਦੇ ਵਿੱਚ ਜਿੰਦੇ,
ਉਸ ਸਮੇਂ ਦੌਰਾਨ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਸਾਂਝ ਪਾ ਜਦੋਂ ਇਸ ਸਰੀਰ ਰੂਪੀ, ਇਸ ਜੀਵਨ ਰੂਪੀ ਸਵੇਰ ਦੇ ਖਤਮ ਹੋਣ ਤੋਂ ਬਾਅਦ ਮੌਤ ਰੂਪੀ ਸ਼ਾਮਾਂ ਪੈ ਗਈਆਂ, ਫਿਰ ਤੇਰੇ ਕੋਲੇ ਉਹ ਲੰਘਿਆ ਹੋਇਆ ਸਮਾਂ ਹੱਥ ਨਹੀਂ ਆਉਣਾ। ਭਗਤ ਰਵਿਦਾਸ ਜੀ ਕਹਿੰਦੇ ਹਨ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੇ ਨਿਦਾਨ, ਹੇ ਦੀਵਾਨੇ, ਹੇ ਮੂਰਖ ਮਨੁੱਖ, ਤੂੰ ਇਸ ਗੱਲ ਨੂੰ ਸਮਝ